हाँ जी स्टूडेंट्स। ਆਪਾਂ ਗੱਲ ਕਰਨੀ ਹੈ ਡਾਟਾ ਸਟਰਕਚਰ ਬਾਰੇ। ਡਾਟਾ ਸਟਰਕਚਰ ਕੀ ਹੁੰਦਾ ਹੈ? ਕਿ ਡਾਟਾ ਸਟਰਕਚਰ ਇਜ਼ ਅ ਸਕੀਮ ਫॉर ऑर्गेनाइजिंग डाटा इन द ਮੈਮਰੀ ਆਫ ਅ ਕੰਪਿਊਟਰ। ਯਾਨੀ ਡਾਟਾ ਜਿਹੜਾ ਆਪਣੇ ਕੋਲ ਵੈਲਿਊਜ਼ ਨੇ, ਜਿਵੇਂ ਕੁਝ ਵੀ ਆਪਾਂ ਸੇਵ ਕਰਦੇ ਹਾਂ ਕੰਪਿਊਟਰ ਦੇ ਵਿੱਚ, ਠੀਕ ਹੈ, ਉਹ ਆਪਸ ਦੇ ਵਿੱਚ ਕਿਵੇਂ ਜੁੜੀਆਂ ਹੋਈਆਂ ਨੇ ਵੈਲਿਊਜ਼। ਯਾਨੀ ਉਹ ਐਰੇ 'ਚ ਪਈਆਂ ਨੇ ਜਾਂ ਲਿੰਕ ਲਿਸਟ ਪਈਆਂ ਨੇ ਜਾਂ ਸਟੈਕ 'ਚ ਪਈਆਂ ਨੇ। ਸਾਰੇ ਕੀ ਨੇ? ਡਾਟਾ ਸਟਰਕਚਰਸ ਨੇ। ਅਲੱਗ-ਅਲੱਗ ਤਾਂ ਅਲੱਗ-ਅਲੱਗ ਤਰੀਕੇ ਨਾਲ ਪਈਆਂ ਹੋ ਸਕਦੀਆਂ ਨੇ। ਦੈਟ ਮੀਨਸ ਆਪਾਂ ਕਹਿੰਦੇ ਹਾਂ ਕਿ ਉਹ ਅਲੱਗ-ਅਲੱਗ ਡਾਟਾ ਸਟਰਕਚਰ ਦੇ ਅਕੋਰਡਿੰਗ ਪਈਆਂ ਨੇ। ਉਹ ਲਿਸਟ, ਉਹ ਇੱਕ ਲਿੰਕ ਲਿਸਟ ਹੋ ਸਕਦੀ ਹੈ, ਉਹ ਇੱਕ ਐਰੇ ਹੋ ਸਕਦਾ ਹੈ, ਠੀਕ ਹੈ, ਸਟੈਕ ਹੋ ਸਕਦਾ, ਸਟੈਕ 'ਚ ਵੈਲਿਊਜ਼ ਪਈਆਂ ਹੋ ਸਕਦੀਆਂ ਨੇ। ਤੇ ਹਰੇਕ ਡਾਟਾ ਸਟਰਕਚਰ ਦਾ ਆਪਣਾ-ਆਪਣਾ ਇੱਕ ਫਾਇਦਾ ਹੈ, ਠੀਕ ਹੈ। ਤੇ ਕਿਸੇ ਵਿੱਚ ਸਰਚਿੰਗ ਆਸਾਨ ਹੈ, ਕਿਸੇ ਵਿੱਚ ਆਪਾਂ ਨੂੰ ਸੌਰਟਿੰਗ ਜਿਹੜੀ ਹੈ, ਮਤਲਬ ਸੌਰਟਿੰਗ ਆਸਾਨੀ ਨਾਲ ਹੋ ਜਾਂਦੀ ਹੈ, ਕਹ ਲਓ, ਠੀਕ ਹੈ। ਤੇ ਕਈਆਂ ਦੇ ਵਿੱਚ ਪਹਿਲਾਂ ਹੀ ਸੌਰਟਡ ਪਈਆਂ ਹੁੰਦੀਆਂ ਚੀਜ਼ਾਂ, ਠੀਕ ਹੈ, ਜਿਹਦੇ ਕਰਕੇ ਸਰਚਿੰਗ ਆਸਾਨ ਹੋ ਜਾਂਦੀ ਹੈ। ਤਾਂ ਯਾਨੀ ਅੱਗੇ ਦੇਖਾਂਗੇ ਉਹ ਚੀਜ਼ਾਂ ਕਿ ਹਰੇਕ ਡਾਟਾ ਸਟਰਕਚਰ ਦਾ ਆਪਣੇ ਕੋਲ ਇੱਕ ਅਲੱਗ ਤੋਂ ਫਾਇਦਾ ਹੋਊਗਾ, ਠੀਕ ਹੈ। ਯਾਨੀ ਡਾਟਾ ਸਟਰਕਚਰ ਬੇਸਿਕਲੀ ਕੀ ਚੀਜ਼ ਹੈ ਕਿ ਜਿਹੜਾ ਮੈਮਰੀ ਦੇ ਵਿੱਚ ਯਾਨੀ ਰੈਮ ਦੇ ਵਿੱਚ ਜਿਹੜਾ ਡਾਟਾ ਪਿਆ, ਉਹ ਆਪਸ ਦੇ ਵਿੱਚ ਕਿਵੇਂ ਜੁੜਿਆ ਹੋਇਆ ਜਾਂ ਕਿਵੇਂ ਪਿਆ, ਇਹ ਕਹਿ ਸਕਦੇ ਹਾਂ, ਠੀਕ ਹੈ। ਇਸ ਨੂੰ ਡਾਟਾ ਸਟਰਕਚਰ ਕਹਿੰਦੇ ਆ। ਆਪਣੇ ਕੋਲ ਕਈ ਤਰ੍ਹਾਂ ਦੇ ਡਾਟਾ ਸਟਰਕਚਰ ਹੁੰਦੀਆਂ ਨੇ। ਇਹ ਤੁਸੀਂ BCA ਵਿੱਚ ਵੀ ਵੈਸੇ ਪੜ੍ਹ ਚੁੱਕੇ ਹੋ। ਤੇ ਇਹਦੀਆਂ ਦੋ ਕੈਟਾਗਰੀਜ਼ ਮੇਨਲੀ ਹੁੰਦੀਆਂ ਨੇ, ਲੀਨੀਅਰ ਡਾਟਾ ਸਟਰਕਚਰ ਤੇ ਨॉन ਲੀਨੀਅਰ ਡਾਟਾ ਸਟਰਕਚਰ। ਲੀਨੀਅਰ ਡਾਟਾ ਸਟਰਕਚਰ ਕਿਹੜਾ ਹੁੰਦਾ? ਜਿਵੇਂ ਆਪਣੇ ਕੋਲ ਐਰੇ ਨੇ, ਐਰੇ, ਸਟੈਕ, ਕਿਊ ਤੇ ਲਿੰਕ ਲਿਸਟ। ਯਾਨੀ ਜਿਹਦੇ ਵਿੱਚ ਇੱਕ ਡਾਟੇ ਤੋਂ ਬਾਅਦ ਜਿਹੜਾ ਦੂਸਰਾ ਡਾਟਾ ਆਊਗਾ ਉਹ ਹਮੇਸ਼ਾ ਉਹੀ ਆਊਗਾ, ਉਹ ਤਾਂ ਕੋਈ ਹੋਰ ਰਸਤਾ ਨਹੀਂ ਨਿਕਲੂਗਾ, ਠੀਕ ਹੈ। ਉਹ ਤੁਹਾਨੂੰ ਸਮਝ ਆ ਜਾਊਗਾ ਗੱਲ ਦੀ ਸਮਝ ਆ ਜਾਊ ਜਦੋਂ ਆਪਾਂ ਅਗਲੀ ਡਾਟਾ ਸਟਰਕਚਰਸ ਬਾਰੇ ਥੋੜੀ ਜਿਹੀ ਇੰਟਰੋਡਕਸ਼ਨ ਕਰਾਂਗੇ ਬਰੀਫਲੀ। ਤੇ ਆਪਣੇ ਨॉन ਲੀਨੀਅਰ ਜਿਹੜੀਆਂ ਹੁੰਦੀਆਂ ਟਰੀ ਤੇ ਗ੍ਰਾਫ। ਯਾਨੀ ਟਰੀ ਤੋਂ ਵੀ ਇੱਕ ਨੋਡ ਤੋਂ ਆਪਾਂ ਅਲੱਗ-ਅਲੱਗ ਨੋਡ ਤੇ ਜਾ ਸਕਦੇ ਹਾਂ। ਯਾਨੀ ਜਿਹੜੀਆਂ ਲੀਨੀਅਰ ਹੁੰਦੀਆਂ ਉਹਨਾਂ ਤੋਂ ਇੱਕ ਅੱਗੇ ਤੇ ਪਿੱਛੇ ਇੱਕ ਹੀ ਨੋਡ ਹੁੰਦੀ ਹੈ, ਪਰ ਨॉन ਲੀਨੀਅਰ ਦੇ ਵਿੱਚ ਅੱਗੇ ਤੇ ਪਿੱਛੇ ਵੱਧ ਰਸਤੇ ਵੀ ਹੋ ਸਕਦੇ ਨੇ, ਯਾਨੀ ਜਾਣ ਤੇ ਆਉਣ ਦੇ ਵੱਧ ਰਸਤੇ ਵੀ ਹੋ ਸਕਦੇ ਨੇ, ਠੀਕ ਹੈ। ਤੇ ਲੀਨੀਅਰ ਦੇ ਵਿੱਚ ਇੱਕੋ ਹੀ ਰਸਤਾ ਹੁੰਦਾ ਅੱਗੇ ਦੇ ਪਿੱਛੇ ਜਾਣ ਦਾ ਡਾਟਾ ਦੇ ਵਿੱਚ, ਠੀਕ ਹੈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ, ਇਹਨਾਂ ਨੂੰ ਥੋੜਾ ਜਿਹਾ ਚੰਗੀ ਤਰ੍ਹਾਂ ਦੇਖਦੇ ਹਾਂ। ਐਰੇ ਕੀ ਹੁੰਦਾ? ਐਰੇ ਡਾਟਾ ਸਟਰਕਚਰ ਹੀ ਹੈ, ਠੀਕ ਹੈ। ਐਰੇ ਦੇ ਵਿੱਚ ਕੀ ਹੁੰਦੀਆਂ? ਵੈਲਿਊਜ਼ ਬਿਲਕੁਲ ਨਾਲ-ਨਾਲ ਹੀ ਪਈਆਂ ਹੁੰਦੀਆਂ ਨੇ। ਜਿਵੇਂ ਆਹ ਵੈਲਿਊਜ਼ ਪਈਆਂ ਨੇ, ਉਹਨੂੰ ਐਲੀਮੈਂਟਸ ਕਹਿੰਦੇ ਆ। ਐਰੇ ਦੇ ਇੱਥੇ ਲਿਖਿਆ ਵੀ ਹੋਇਆ ਐਰੇ ਦੇ ਐਲੀਮੈਂਟਸ ਕਹਿੰਦੇ ਆਪਾਂ। ਐਰੇ ਦੇ ਜਿਹੜੇ ਐਲੀਮੈਂਟਸ ਨੇ ਉਹ ਕਿੱਥੇ-ਕਿੱਥੇ ਪਏ ਹੋਣਗੇ? ਬਿਲਕੁਲ ਨਾਲ-ਨਾਲ ਵਾਲੀ ਮੈਮਰੀ ਲੋਕੇਸ਼ਨ ਦੇ ਵਿੱਚ, ਠੀਕ ਹੈ। ਜਿਵੇਂ ਆਪਣੇ ਕੋਲ 25 ਪਿਆ, ਉਸ ਤੋਂ ਅਗਲੀ ਇੰਡੈਕਸ ਤੇ ਅਗਲੀ ਮੈਮਰੀ ਲੋਕੇਸ਼ਨ ਤੇ ਕੀ ਪਿਆ? 35 ਪਿਆ। ਅਗਲੇ ਡੱਬੇ ਦੇ ਵਿੱਚ 45 ਪਿਆ, 53, ਠੀਕ ਹੈ। ਇਹ ਵੈਲਿਊਜ਼ ਪਈਆਂ ਨੇ ਇਸ ਤਰ੍ਹਾਂ। ਤੇ ਇਹਨਾਂ ਦੀ ਖਾਸੀਅਤ ਆਪਣੀ ਇਹਦੇ ਵਿੱਚ ਕੀ ਚੀਜ਼ ਹੋਣੀ ਜ਼ਰੂਰੀ ਹੈ? ਇਹਦੇ ਵਿੱਚ ਕਿ ਵੈਲਿਊਜ਼ ਨੇ ਬਿਲਕੁਲ ਨਾਲ-ਨਾਲ ਵਾਲੀਆਂ ਮੈਮਰੀ ਲੋਕੇਸ਼ਨਸ ਤੇ ਪਈਆਂ ਨੇ। ਜਿਵੇਂ ਇੱਥੇ 25 ਪਿਆ, ਮੰਨ ਲਓ 4 ਬਾਈਟ ਘੇਰਦਾ। ਜਾਵਾ ਦੇ ਵਿੱਚ ਤੁਸੀਂ ਦੇਖਿਆ ਹੋਊਗਾ 4 ਬਾਈਟ ਘੇਰਦਾ ਇੰਟੀਜਰ ਹੈ ਜਿਹੜਾ, ਠੀਕ ਹੈ। ਤਾਂ 4 ਬਾਈਟ ਘੇਰਦਾ ਤਾਂ ਇੰਟੀਜਰ ਦਾ ਪਹਿਲਾ ਜਿਹੜਾ ਐਲੀਮੈਂਟ ਹੈ ਇੰਟੀਜਰ ਐਰੇ ਦਾ, ਉਹ ਕਿੰਨੀ ਲੋਕੇਸ਼ਨ ਤੇ ਪਿਆ? 100 ਤੇ। ਆਹ ਕੀ ਨੇ? ਆਪਣੀਆਂ ਹਰੇਕ ਡੱਬੇ ਦੀ, ਯਾਨੀ ਹਰੇਕ ਇਹ ਮੈਮਰੀ ਦਾ ਡੱਬਾ ਇੱਕ, ਠੀਕ ਹੈ, ਜਿਹਦੇ ਵਿੱਚ ਐਲੀਮੈਂਟ ਪਿਆ। ਹਰੇਕ ਮੈਮਰੀ ਡੱਬੇ ਦਾ ਇੱਕ ਮੈਮਰੀ ਲੋਕੇਸ਼ਨ ਵੀ ਹੋਊਗੀ ਤੇ ਇੱਕ ਹਰੇਕ ਨੂੰ ਇੰਡੈਕਸ ਵੀ ਮਿਲਿਆ ਹੋਊਗਾ ਐਰੇ ਦੇ ਵਿੱਚ, ਠੀਕ ਹੈ। ਇਹ ਕੰਪਾਈਲਰ ਨੇ ਹੀ ਦੇਖਣਾ ਹੁੰਦਾ ਕਿ ਇਹਨੂੰ ਕਿਹੜਾ ਇੰਡੈਕਸ ਦੇਣਾ, ਅਗਲੀ ਮੈਮਰੀ ਲੋਕੇਸ਼ਨ ਨੂੰ ਅਗਲੇ ਇੰਡੈਕਸ ਦਊਗਾ। ਜਿਵੇਂ 100 ਆ ਪਹਿਲਾ, ਉਸ ਤੋਂ ਬਾਅਦ 104 ਆ ਗਿਆ, ਕਿਉਂਕਿ 4 ਬਾਈਟ ਘੇਰਦਾ ਨਾ ਇੰਟੀਜਰ ਹੈ ਜਿਹੜਾ ਜਾਵਾ ਦੇ ਅਕੋਰਡਿੰਗ ਜੇ ਦੇਖੀਏ ਆਪਾਂ, ਤੇ 4 ਬਾਈਟ ਘੇਰਦਾ ਤਾਂ 100, ਉਸ ਤੋਂ ਬਾਅਦ 104, 108 ਐਂ ਅਲੱਗ-ਅਲੱਗ ਇਹਨਾਂ ਦੀਆਂ ਅੱਗੇ ਦੀ ਅੱਗੇ ਮੈਮਰੀ ਲੋਕੇਸ਼ਨਸ ਬਣੀ ਜਾਣਗੀਆਂ। ਜਿੰਨੇ ਦਾ ਵੱਧ ਐਰੇ ਹੋਊਗਾ ਉਨੀ ਅੱਗੇ ਤੱਕ ਜਾਈ ਜਾਣਗੀਆਂ, 4-4 ਦੇ ਡਿਫਰੈਂਸ ਤੇ, ਠੀਕ ਹੈ। ਪਹਿਲੀ ਮੈਮਰੀ ਲੋਕੇਸ਼ਨ 100 ਤੇ ਆ, ਉਸ ਤੋਂ ਅਗਲੀ 104 ਤੇ ਹੋਊਗੀ, ਕਿਉਂਕਿ 4 ਬਾਈਟ, ਇਹ ਬਾਈਟ ਦੇ ਹਿਸਾਬ ਨਾਲ ਹੁੰਦਾ ਐਡਰੈਸ। ਆ ਜਿਹੜਾ ਐਡਰੈਸ ਹੁੰਦਾ ਬਾਈਟ ਦੇ ਹਿਸਾਬ ਹੁੰਦਾ, ਤਾਂ 100 ਤੋਂ ਬਾਅਦ ਕੀ ਹੋਊਗਾ? 104, ਠੀਕ ਹੈ। ਤਾਂ ਇਹ ਕੀ ਨੇ? ਆਪਣੀਆਂ ਮੈਮਰੀ ਲੋਕੇਸ਼ਨਸ ਨੇ, ਠੀਕ ਹੈ। ਤੇ ਐਰੇ ਦਾ ਇੱਕ ਨਾਮ ਵੀ ਹੁੰਦਾ ਜੀ, ਆਹ ਵਾਲਾ ARR ਕੀ ਲਿਖਿਆ ਹੈ, ਐਰੇ ਦਾ ਨਾਮ ਕੁਝ ਵੀ ਲਿਖ ਸਕਦੇ ਹਾਂ ਆਪਾਂ, ਜਿਹੜਾ ਵੀ ਵੇਰੀਏਬਲ ਦਾ ਨਾਮ ਰੱਖ ਸਕਦੇ ਹਾਂ, ਠੀਕ ਹੈ। ਆਪਣੇ ਇੰਡੈਕਸ ਨੇ, ਇੰਡੈਕਸ ਹਮੇਸ਼ਾ 0 ਤੋਂ ਹੀ ਸਟਾਰਟ ਹੁੰਦਾ ਹੈ। ਆਪਾਂ ਦੇਖਦੇ ਹਾਂ ਮੋਸਟਲੀ ਪ੍ਰੋਗਰਾਮਿੰਗ ਲੈਂਗੁਏਜ ਦੇ ਵਿੱਚ 0 ਤੋਂ ਹੀ ਸਟਾਰਟ ਹੁੰਦਾ ਜਿਹੜਾ ਇੰਡੈਕਸ ਹੁੰਦਾ, ਠੀਕ ਹੈ। ਇਹ ਕੁਝ ਚੀਜ਼ਾਂ ਹੁੰਦੀਆਂ ਨੇ ਐਰੇ ਬਾਰੇ। ਤੇ ਆਪਾਂ ਐਲੀਮੈਂਟਸ ਪਤਾ ਲੱਗ ਗਏ, ਆਪਾਂ ਨੂੰ ਮੈਮਰੀ ਲੋਕੇਸ਼ਨਸ ਪਤਾ ਲੱਗ ਗਈਆਂ, ਠੀਕ ਹੈ। ਤਾਂ ਇਸ ਯਾਨੀ ਮੇਨ ਗੱਲ ਕੀ ਹੈ ਇਹਦੇ ਵਿੱਚ ਕਿ ਵੈਲਿਊਜ਼ ਨੇ ਜਿਹੜੀਆਂ ਬਿਲਕੁਲ ਨਾਲ-ਨਾਲ ਵਾਲੀਆਂ ਮੈਮਰੀ ਲੋਕੇਸ਼ਨਸ ਤੇ ਹੀ ਪਈਆਂ ਹੋਣਗੀਆਂ। ਤੇ ਇਹੀ ਡਾਟਾ ਸਟਰਕਚਰ ਨੂੰ ਕੀ ਕਹਿੰਦੇ ਆ?
ਐਰੇ ਕਹਿੰਦੇ ਆ। ਤੇ ਇਹਦੇ ਵਿੱਚ ਇੱਕ ਹੋਰ ਖਾਸੀਅਤ ਹੁੰਦੀ ਹੈ ਕਿ ਸਾਰੀਆਂ ਜਿਹੜੀਆਂ ਵੈਲਿਊਜ਼ ਨੇ ਜਿਵੇਂ 25 35 ਇਹ ਇੱਕੋ ਹੀ ਟਾਈਪ ਦੀਆਂ ਹੋਣਗੀਆਂ, ਹੋਮੋਜੀਨੀਅਸ ਡਾਟਾ ਟਾਈਪ ਹੋਊਗੀ, ਠੀਕ ਹੈ। ਯਾਨੀ 25 35 45 ਸਾਰੀਆਂ ਜਿਵੇਂ ਇੰਟੀਜਰ ਨੇ। ਜੇ ਇੱਥੇ ਆਪਾਂ ਐਰੇ ਲੈਂਦੇ, ਆਪਣਾ ਕਰੈਕਟਰ ਐਰੇ ਲੈਂਦੇ ਤਾਂ ਉਹਦੇ ਵਿੱਚ ਇੱਥੇ ਜੇ A ਭਰਿਆ ਤਾਂ ਇੱਥੇ B C ਇਸ ਤਰ੍ਹਾਂ ਅਲੱਗ-ਅਲੱਗ ਇੱਕ ਹੀ ਚੀਜ਼ ਇੱਕ ਹੀ ਤਰ੍ਹਾਂ ਦੀਆਂ ਵੈਲਿਊਜ਼ ਭਰੀਆਂ ਜਾ ਸਕਦੀਆਂ। ਇਹ ਨਹੀਂ ਹੈ ਕਿ ਆਪਾਂ ਇੱਥੇ A ਭਰਤਾ ਇੱਥੇ 35 ਭਰਤਾ, ਇਸ ਤਰ੍ਹਾਂ ਨਹੀਂ ਹੋਊਗਾ, ਠੀਕ ਹੈ। ਐਰੇ ਦੇ ਵਿੱਚ ਹੋਮੋਜੀਨੀਅਸ ਡਾਟਾ ਟਾਈਪ ਹੁੰਦੀ ਹੈ। ਉਸ ਤੋਂ ਬਾਅਦ ਨੈਕਸਟ ਆਉਂਦਾ ਆਪਣੇ ਕੋਲ ਸਟੈਕ। ਸਟੈਕ ਦੇ ਵਿੱਚ ਸਟੈਕ ਇਹੀ ਡਾਟਾ ਟਾਈਪ ਹੁੰਦੀ ਹੈ ਕਿ ਉਹਦੇ ਵਿੱਚ ਡਾਟਾ ਇਸ ਤਰ੍ਹਾਂ ਆਪਾਂ ਨੇ ਰੱਖਿਆ ਹੁੰਦਾ ਹੈ ਕਿ ਉਹਦੇ ਵਿੱਚ ਡਾਟਾ ਐਂਟਰ ਕਰਨਾ, ਠੀਕ ਹੈ, ਉਹ ਸਭ ਤੋਂ ਉੱਪਰ ਐਂਟਰ ਹੁੰਦਾ, ਯਾਨੀ ਐਂਡ ਦੇ ਵਿੱਚ ਐਂਟਰ ਹੁੰਦਾ। ਤੇ ਜਦੋਂ ਉਹਨੂੰ ਬਾਹਰ ਕੱਢਿਆ ਜਾਂਦਾ ਤਾਂ ਉੱਪਰਲਾ ਡਾਟਾ ਹੀ ਸਭ ਤੋਂ ਪਹਿਲਾਂ ਬਾਹਰ ਨਿਕਲੂ, ਯਾਨੀ ਡਾਟਾ ਜਿਹੜਾ ਐਂਟਰ ਹੋਊਗਾ ਉਹ ਸਭ ਤੋਂ ਪਹਿਲਾਂ ਹੀ, ਮਤਲਬ ਸਭ ਤੋਂ ਉੱਪਰ ਹੀ ਰੱਖਿਆ ਜਾਊਗਾ, ਸਭ ਤੋਂ ਬਾਅਦ ਵਾਲਾ ਡਾਟਾ ਤੇ ਸਭ ਤੋਂ ਪਹਿਲਾਂ ਜਿਹੜਾ ਕੱਢਿਆ ਜਾਊਗਾ ਉਹ ਉੱਪਰੋਂ ਹੀ ਕੱਢਿਆ ਜਾਊਗਾ, ਯਾਨੀ ਡਾਟੇ ਨੂੰ ਕੱਢਣਾ ਵੀ ਉੱਪਰੋਂ ਹੀ ਹੈ ਤੇ ਐਂਟਰ ਵੀ ਉੱਪਰ ਹੀ ਹੋਊਗਾ, ਠੀਕ ਹੈ। ਜਦੋਂ ਆਪਾਂ ਡਾਟੇ ਨੂੰ ਪਾਉਣੇ ਸਟੈਕ ਦੇ ਵਿੱਚ ਉਹਨੂੰ ਪੁਸ਼ ਆਪਰੇਸ਼ਨ ਕਹਿੰਦੇ ਆ, ਜਦੋਂ ਕੱਢਦੇ ਆ ਤਾਂ ਉਹਨੂੰ ਪੌਪ ਆਪਰੇਸ਼ਨ ਕਹਿੰਦੇ ਆ। ਤਾਂ ਸਟੈਕ ਦੀ ਐਗਜ਼ਾਮਪਲ ਇਸ ਤਰ੍ਹਾਂ ਲਈ ਜਾ ਸਕਦੀ ਹੈ, ਜਿਵੇਂ ਪਲੇਟਸ ਹੋਣ, ਜਿਵੇਂ ਆਹ ਫਿਗਰ ਤੋਂ ਵੈਸੇ ਤੁਹਾਨੂੰ ਬੜੀ ਚੰਗੀ ਤਰ੍ਹਾਂ ਸਮਝ ਹੋਣੀ ਚਾਹੀਦੀ ਹੈ ਕਿ ਇਹ ਬ੍ਰਿਕਸ ਬਣੀਆਂ ਹੋਈਆਂ ਨੇ, ਜਿਹੜੀਆਂ ਇੱਟਾਂ ਬਣੀਆਂ ਹੋਈਆਂ ਜਿਵੇਂ, ਠੀਕ ਹੈ। ਤਾਂ ਇਹ ਕੀ ਹੈ, ਨੀਚੇ ਦੀ ਨੀਚੇ ਪਈਆਂ ਨੇ। ਜੇ ਲਾਸਟ ਬਿਲਕੁਲ ਨੀਚੇ ਵਾਲੀ ਨੂੰ ਕੱਢਣਾ ਤਾਂ ਆਪਾਂ ਨੂੰ ਇਹਨਾਂ ਨੂੰ ਪੌਪ ਕਰਨਾ ਪਊਗਾ, ਆਹ ਵਾਲੀ ਨੂੰ ਇਹਨੂੰ ਵੀ ਪੌਪ ਕਰਨਾ ਪਊਗਾ ਤੇ ਇਹਨੂੰ ਵੀ ਪੌਪ ਕਰਨਾ ਪਊਗਾ, ਠੀਕ ਹੈ। ਤਾਂ ਫਿਰ ਇਹਨੂੰ ਕਰ ਸਕਦੇ, ਯਾਨੀ ਪੌਪ ਜਦੋਂ ਵੀ ਕਰਨਾ ਤਾਂ ਸਭ ਤੋਂ ਉੱਪਰਲੀ ਵੈਲਿਊ ਹੀ ਪੌਪ ਹੋਊਗੀ। ਜਦੋਂ ਪੁਸ਼ ਕਰਨਾ ਤਾਂ ਸਭ ਇਹ ਵਾਲੀ ਕਿੱਥੇ ਜਾਊਗੀ ਵੈਲਿਊ, ਇਹਦੇ ਉੱਪਰ ਹੀ ਜਾ ਕੇ ਫਿੱਟ ਹੋਊਗੀ ਨਾ ਲਾਸਟ ਵੈਲਿਊ। ਤਾਂ ਇਸ ਨੂੰ ਪੌਪ ਪੁਸ਼ ਆਪਰੇਸ਼ਨ ਕਿਹਾ। ਜਦੋਂ ਵੈਲਿਊ ਐਂਟਰ ਕਰਦੇ ਆ, ਜਦੋਂ ਵੈਲਿਊ ਬਾਹਰ ਕੱਢਦੇ ਸਟੈਕ ਚੋਂ, ਉਹਨੂੰ ਪੌਪ ਆਪਰੇਸ਼ਨ ਕਿਹਾ। ਇਸੇ ਤਰ੍ਹਾਂ ਕਿਊ ਆ, ਕਿਊ ਕੀ ਹੁੰਦੀ ਹੈ, ਇੱਕ ਜਿਵੇਂ ਲਾਈਨ ਹੁੰਦੀ ਹੈ, ਠੀਕ ਹੈ। ਲਾਈਨ ਦੇ ਵਿੱਚ ਜਿਵੇਂ ਗੱਡੀਆਂ ਇੱਥੇ ਖੜੀਆਂ ਦੇਖ ਸਕਦੇ ਹੋ ਤੁਸੀਂ। ਇਹ ਕੀ ਹੈ, ਫਰੰਟ ਤੇ ਇਹ ਹੈ ਗੱਡੀ ਇੱਕ, ਉਸ ਤੋਂ ਪਿੱਛੇ ਯਾਨੀ ਜੇ ਕੋਈ ਨਵੀਂ ਗੱਡੀ ਆਊਗੀ ਤਾਂ ਉਹ ਪਿੱਛੇ ਹੀ ਜਾ ਕੇ ਲੱਗੂਗੀ, ਠੀਕ ਹੈ। ਤੇ ਜਿਹੜੀ ਜੇ ਬਾਹਰ ਜਾਣਾ ਤਾਂ ਆਹ ਗੱਡੀ ਹੀ ਅੱਗੇ ਜਾਊਗੀ ਮੂਹਰਲੇ ਹੀ। ਇਹ ਨਹੀਂ ਕਿ ਇਹਨੂੰ ਵਿੱਚੋਂ ਬਾਹਰ ਕੱਢ ਸਕਦੇ ਆ, ਕਿਉਂਕਿ ਇੱਕ ਲਾਈਨ ਦੇ ਵਿੱਚ ਨੇ, ਇੱਕ ਰੋਡ ਦੇ ਉੱਪਰ ਨੇ, ਵਨ ਵੇ ਦੇ ਉੱਪਰ, ਠੀਕ ਹੈ। ਤਾਂ ਇਹਦੀ ਆਪਾਂ ਡਾਟਾ ਦੀ ਐਗਜ਼ਾਮਪਲ ਲੈ ਸਕਦੇ ਹਾਂ ਕਿ ਆਪਣੀ ਮੈਮਰੀ ਦੇ ਵਿੱਚ ਕਿਸ ਤਰ੍ਹਾਂ ਡਾਟਾ ਪਿਆ ਹੁੰਦਾ ਹੈ ਕਿਊ ਦੇ ਫਾਰਮ ਦੇ ਵਿੱਚ, ਕਿ ਉਹਦੇ ਵਿੱਚ ਵੀ ਉਹੀ ਐਰੇ ਦੀ ਤਰ੍ਹਾਂ ਹੀ ਹੁੰਦਾ, ਐਰੇ ਦੀ ਤਰ੍ਹਾਂ ਹੀ ਲੈ ਸਕਦੇ ਆਪਾਂ ਕਿਊ ਨੂੰ ਵੀ ਐਰੇ ਨਾਲ ਅਪਲਾਈ ਕਰ ਸਕਦੇ ਹਾਂ। ਯਾਨੀ ਤਾਂ ਉਹਦੇ ਵਿੱਚ ਕੀ ਹੁੰਦਾ, ਸਭ ਤੋਂ ਬਾਅਦ ਵਾਲੀ ਵੈਲਿਊ ਕਿੱਥੇ ਸੇਵ ਹੋਊਗੀ, ਸਭ ਤੋਂ ਐਂਡ 'ਚ ਜਾ ਕੇ। ਆਹ ਆਪਣਾ ਐਂਡ ਹੈ, ਆਹ ਕੀ ਹੈ, ਫਰੰਟ ਹੈ, ਠੀਕ ਹੈ। ਇਹ ਕੀ ਇਹਨੂੰ ਆਪਾਂ ਐਨਕਿਊਬੇਸ਼ਨ ਕਹਿੰਦੇ ਹਾਂ, ਜਦੋਂ ਆਪਾਂ ਵੈਲਿਊ ਐਡ ਕਰਦੇ ਹਾਂ। ਅੱਛਾ ਜੀ, ਦੋ ਵੈਲਿਊਜ਼ ਆਪਣੇ ਕੋਲੇ ਖਾਸ ਹੁੰਦੀਆਂ ਨੇ ਕਿਊ ਦੇ ਵਿੱਚ, ਇੱਕ ਨੂੰ ਫਰੰਟ ਕਹਿੰਦੇ, ਇੱਕ ਨੂੰ ਰੇਅਰ ਕਹਿੰਦੇ। ਇੱਥੇ ਆ ਫਸਟ ਹੈ, ਆਪਣੀ ਫਰੰਟ ਹੈ, ਇੱਥੇ ਇਹਨੂੰ ਕੀ ਕਹਿੰਦੇ ਆ, ਰੇਅਰ ਵਾਲੀ ਵੈਲਿਊ, ਠੀਕ ਹੈ। ਤਾਂ ਦੋ ਆਪਣੇ ਕੋਲ ਪੁਆਇੰਟਰ ਹੋਣਗੇ ਜਾਂ ਦੋ ਆਪਣੇ ਕੋਲੇ ਵੈਲਿਊਜ਼ ਹੋਣਗੀਆਂ, ਇੱਕ ਫਰੰਟ ਇੱਕ ਰੇਅਰ। ਫਰੰਟ ਦੇ ਵਿੱਚ ਕੀ ਸੇਵ ਹੋਊਗਾ ਵੀ ਕਿੱਥੋਂ ਸਟਾਰਟ ਹੋ ਰਹੀ ਹੈ, ਯਾਨੀ ਉਹਦਾ ਇੰਡੈਕਸ, ਸਟਾਰਟਿੰਗ ਇੰਡੈਕਸ, ਤੇ ਕਿੱਥੇ ਖਤਮ ਹੋ ਰਹੀ ਹੈ, ਰੇਅਰ ਦਾ ਇੰਡੈਕਸ। ਤਾਂ ਜਦੋਂ ਵੀ ਵੈਲਿਊ ਐਡ ਹੋ ਜੂਗੀ ਤਾਂ ਰੇਅਰ ਅੱਗੇ ਇੱਕ ਅੱਗੇ ਮੂਵ ਕਰ ਜੂਗਾ। ਯਾਨੀ ਬਸ ਇਹੀ ਧਿਆਨ ਚ ਰੱਖਣਾ ਫਿਲਹਾਲ ਤਾਂ ਤੁਸੀਂ ਕਿ ਜਿਹੜੀ ਕਿਊ ਹੈ ਉਹਦੇ ਵਿੱਚ ਕੀ ਹੈ, ਵੈਲਿਊ ਲਾਸਟ ਦੇ ਵਿੱਚ ਹੀ ਐਂਟਰ ਹੁੰਦੀ ਹੈ, ਪਿੱਛੋਂ ਐਂਟਰ ਹੋਊਗੀ, ਤੇ ਇਸ ਨੂੰ ਕਿਊ ਕਹਿੰਦੇ ਆ। ਤੇ ਰੀਕਿਊਪਰੇਸ਼ਨ ਕੀ ਹੁੰਦਾ ਕਿ ਕਿਊ ਦੇ ਵਿੱਚ, ਕਿ ਜਦੋਂ ਵੈਲਿਊ ਨੂੰ ਆਪਾਂ ਕੱਢਦੇ ਆ ਤਾਂ ਕਿੱਥੋਂ ਨਿਕਲੂਗੀ ਵੈਲਿਊ, ਬਿਲਕੁਲ ਫਰੰਟ ਤੋਂ। ਇਸ ਨੂੰ ਆਪਾਂ ਡੀਕਿਊਪਰੇਸ਼ਨ ਕਹਿੰਦੇ। ਤੇ ਇੱਥੋਂ ਕੀ ਬਾਹਰ ਆਊਗਾ, A ਬਾਹਰ, D ਨਹੀਂ ਬਾਹਰ ਆਊਗਾ, ਠੀਕ ਹੈ। ਫਰੰਟ ਤੋਂ ਵੈਲਿਊ ਬਾਹਰ ਆਊਗੀ। ਅੱਗੇ ਹੁੰਦੀ ਹੈ ਲਿੰਕ ਲਿਸਟ। ਲਿੰਕ ਲਿਸਟ ਕੀ ਚੀਜ਼ ਹੁੰਦੀ ਹੈ, ਇਹ ਹੁੰਦੀ ਹੈ ਤਾਂ ਵੈਲਿਊਜ਼ ਹੀ ਨੇ, ਵੈਲਿਊਜ਼ ਇੱਕ ਦੂਜੇ ਨਾਲ ਜੁੜੀ ਹੁੰਦੀ ਹੈ, ਬਟ ਇੱਕ ਤਾਂ ਐਰੇ ਦੇਖਿਆ ਸੀ ਆਪਾਂ ਨੇ, ਐਰੇ ਦੇ ਵਿੱਚ ਤਾਂ ਵੈਲਿਊਜ਼ ਕੀ ਨੇ, ਬਿਲਕੁਲ ਨਾਲ ਨਾਲ ਪਈਆਂ ਨੇ, ਜਿਵੇਂ 3 10 2 1 ਇਹ ਸਾਰੀ ਵੈਲਿਊਜ਼ ਨਾਲ ਨਾਲ ਪਈਆਂ ਹੋਣਗੀਆਂ, ਨਾਲ ਨਾਲ ਵਾਲੇ ਇੰਡੈਕਸ ਦੇ ਵਿੱਚ, ਨਾਲ ਨਾਲ ਵਾਲੀ ਮੈਮਰੀ ਲੋਕੇਸ਼ਨ ਦੇ ਵਿੱਚ। ਪਰ ਇੱਥੇ ਕੀ ਲਿੰਕ ਲਿਸਟ ਦੇ ਵਿੱਚ ਇੱਕ ਖਾਸ ਗੱਲ ਹੈ ਕਿ ਜਿੱਥੇ ਵੀ ਮੈਮਰੀ ਲੋਕੇਸ਼ਨ ਉਹਨੂੰ ਖਾਲੀ ਮਿਲਦੀ ਹੈ ਕੰਪਾਈਲਰ ਨੂੰ, ਆਪਣੇ ਨੂੰ, ਸੌਫਟਵੇਅਰ ਨੂੰ, ਤਾਂ ਉਹ ਉੱਥੇ ਹੀ ਉਹਨੂੰ ਸੇਵ ਕਰ ਦੂਗਾ। ਯਾਨੀ ਉਹਨੂੰ ਇਹ ਦੇਖਣ ਦੀ ਲੋੜ ਨਹੀਂ ਕਿ ਮੈਮਰੀ ਸਾਰੀ ਇਕੱਠੀ ਮਿਲੇ, ਠੀਕ ਹੈ। ਤਾਂ ਜਿਵੇਂ 3 ਹੈ ਜਿਹੜਾ ਉਹ 100 ਨੰਬਰ ਲੋਕੇਸ਼ਨ ਤੇ ਪਿਆ, 10 ਹੈ ਜਿਹੜਾ 500 ਲੋਕੇਸ਼ਨ ਤੇ ਪਿਆ, ਠੀਕ ਹੈ। ਤੇ 2 ਹੈ ਜਿਹੜਾ ਕਿਸੇ 300 ਲੋਕੇਸ਼ਨ ਤੇ ਪਿਆ, ਯਾਨੀ ਅਲੱਗ-ਅਲੱਗ ਇਹਨਾਂ ਦੇ ਐਡਰੈਸ ਹੋਣਗੇ, ਠੀਕ ਹੈ। ਪਰ ਇਹਨਾਂ ਨੂੰ ਜੋੜਿਆ ਕਿਵੇਂ ਜਾਊਗਾ, ਹਰੇਕ ਜਦੋਂ ਵੀ ਆਪਾਂ ਕੋਈ ਡਾਟਾ ਸੇਵ ਕਰਾਂਗੇ, ਡਾਟੇ ਦੇ ਨਾਲ ਇੱਕ ਆਪਾਂ ਐਡਰੈਸ ਸੇਵ ਕਰਿਆ ਕਰਾਂਗੇ। ਉਹ ਕਿਹਦਾ ਐਡਰੈਸ, ਅਗਲੀ ਵੈਲਿਊ ਦਾ। ਯਾਨੀ ਜਦੋਂ ਵੀ ਅਗਲੀ ਵੈਲਿਊ ਬਣਾਈ ਜਾਊਗੀ ਤਾਂ ਉਹ ਪਹਿਲੀ ਵਾਲੀ ਵੈਲਿਊ ਹੈ ਜਿਹੜੀ ਉਹਦੇ ਨੈਕਸਟ ਵਾਲੇ ਡੱਬੇ ਦੇ ਵਿੱਚ, ਇੱਥੇ ਆ ਜਗ੍ਹਾ ਦੇ ਵਿੱਚ ਸੇਵ ਕਰ ਦੂ, ਕਿਹਦਾ, ਨੈਕਸਟ ਦਾ ਐਡਰੈਸ, ਯਾਨੀ ਆਹ ਵਾਲੇ ਡੱਬੇ ਦਾ ਐਡਰੈਸ ਜਿਹੜਾ ਵੀ ਹੋਊਗਾ। ਜੇ 500 ਹੈ ਤਾਂ ਇੱਥੇ ਕਿੰਨਾ ਸੇਵ ਹੋ ਜਾਊਗਾ, 500 ਸੇਵ ਹੋਊਗਾ। ਇਸ ਤਰੀਕੇ ਨਾਲ ਇੱਥੇ ਵੀ ਅਗਲਾ ਡੱਬਾ ਜਦੋਂ ਬਣੂਗਾ, ਅਗਲੀ ਵੈਲਿਊ ਜਦੋਂ ਸੇਵ ਕੀਤੀ ਜਾਊਗੀ ਤਾਂ ਉਹ
ਡਾਟਾ ਨਾਮ ਦੇ ਡੱਬੇ ਦੇ ਵਿੱਚ 2 ਸੇਵ ਕਰਤਾ ਤੇ ਉਸ ਤੋਂ ਪਿਛਲੀ ਜਿਹੜੀ ਨੋਡ ਸੀਗੀ ਇਹਨੂੰ ਨੋਡ ਕਹਿੰਦੇ ਆ। ਨੋਡ ਕਿਹਨੂੰ ਕਹਿੰਦੇ ਆ? ਆਹ ਪੂਰੀ ਵੈਲਿਊਜ਼ ਪੂਰੇ ਡੱਬੇ ਦੇ ਗਰੁੱਪ ਨੂੰ ਕੀ ਕਹਿੰਦੇ ਆ? ਨੋਡ ਕਹਿੰਦੇ ਆ, ਜਿਹਦੇ ਚ ਡਾਟਾ ਤੇ ਨੈਕਸਟ ਹੁੰਦੇ ਨੇ। ਠੀਕ ਹੈ, ਤਾਂ ਨੋਡ ਦੇ ਨੈਕਸਟ ਦੇ ਵਿੱਚ ਕੀ ਆ? ਅਗਲੀ ਨੋਡ ਦਾ ਐਡਰੈਸ, ਯਾਨੀ ਆਹ ਪੂਰੀ ਨੋਡ ਦਾ ਐਡਰੈਸ ਆਈ ਅਗਲੇ ਦਾ ਐਡਰੈਸ। ਇਸ ਤਰੀਕੇ ਨਾਲ ਐਡਰੈਸ ਅੱਗੇ ਦੀ ਅੱਗੇ ਆਪਾਂ ਪਤਾ ਕਰਕੇ ਅੱਗੇ ਦੀ ਅੱਗੇ ਵੱਧ ਸਕਦੇ ਹਾਂ। ਠੀਕ ਹੈ, ਐਡਰੈਸ ਲਿੰਕ ਲਿਸਟ ਦੇ ਵਿੱਚ ਤੇ ਐਂਡ ਦੇ ਵਿੱਚ ਕੀ ਪਿਆ ਹੋਊਗਾ? ਨੈਕਸਟ ਦੇ ਵਿੱਚ ਖਾਲੀ ਪਿਆ ਹੋਊਗਾ, ਯਾਨੀ ਨਲ ਵੈਲਿਊ ਕਹਿੰਦੇ ਉਹਨੂੰ ਆਪਾਂ, ਨਲ ਵੈਲਿਊ ਹੋਊਗੀ, ਜਿਹਦੇ ਨਾਲ ਪਤਾ ਲੱਗ ਜਾਊਗਾ ਆਪਣੇ ਕੰਪਿਊਟਰ ਨੂੰ ਕਿ ਇਸ ਤੋਂ ਅੱਗੇ ਕੋਈ ਵੀ ਡਾਟਾ ਇਹਦੇ ਨਾਲ ਜੁੜਿਆ ਨਹੀਂ ਹੋਇਆ। ਇੱਕ ਹੋਰ ਡੱਬਾ ਹੋਊਗਾ ਖਾਸ, ਜਿਹਨੂੰ ਆਪਾਂ ਹੈਡ ਕਹਿੰਦੇ ਆ, ਇਹਨੂੰ ਲਿੰਕ ਲਿਸਟ ਦਾ ਹੈਡ ਕਹਿੰਦੇ ਹੁੰਦੇ ਆ। ਇਹਦੇ ਵਿੱਚ ਕਿਹਦਾ ਐਡਰੈਸ ਹੋਊਗਾ? ਫਸਟ ਨੋਡ ਦਾ, ਤਾਂ ਹੀ ਉਹਨੂੰ ਪਤਾ ਲੱਗੂਗਾ ਇੱਥੋਂ ਸਟਾਰਟ ਕਰਨਾ ਹੈ ਜਾਣਾ। ਯਾਨੀ ਇਹਦੇ ਵਿੱਚ ਮੈਮਰੀ ਦੇ ਵਿੱਚ ਵੈਲਿਊਜ਼ ਨੇ ਜਿਹੜੀਆਂ ਉਹ ਮੈਮਰੀ ਦੇ ਵਿੱਚ ਵੈਲਿਊਜ਼ ਜਿਹੜੀਆਂ ਨੇ ਉਹ ਅਲੱਗ-ਅਲੱਗ ਜਗ੍ਹਾ ਤੇ, ਆ ਕਿਸੇ ਹੋਰ ਐਡਰੈਸ ਤੇ, ਆ ਕਿਸੇ 10 ਕਿਸੇ ਹੋਰ ਐਡਰੈਸ ਤੇ, 2 ਕਿਸੇ ਹੋਰ ਐਡਰੈਸ ਤੇ, 1 ਕਿਸੇ ਹੋਰ ਐਡਰੈਸ ਤੇ ਪਿਆ। ਠੀਕ ਹੈ, ਪਰ ਇਹਨਾਂ ਨੂੰ ਜੋੜਿਆ ਕਿਵੇਂ ਜਾਂਦਾ ਹੈ? ਪਹਿਲੀ ਨੋਡ ਦੇ ਵਿੱਚ ਉਸਦਾ ਐਡਰੈਸ ਰੱਖ ਲਿੱਤਾ ਜਾਂਦਾ ਹੈ। ਜਿਵੇਂ ਆਹ ਨੋਡ ਦੇ ਵਿੱਚ ਅਗਲੀ ਦਾ ਐਡਰੈਸ, ਉਹਦੇ ਨੈਕਸਟ ਦੇ ਵਿੱਚ ਅਗਲੀ ਦਾ ਐਡਰੈਸ, ਇਸ ਤਰੀਕੇ ਨਾਲ। ਤਾਂ ਆ ਇੱਥੇ ਕੀ ਸੇਵ ਹੋਣਗੇ? ਜਿੱਥੇ ਨੈਕਸਟ ਲਿਖਿਆ ਹੋਇਆ ਵਾਲੇ ਡੱਬੇ ਦੇ ਵਿੱਚ ਇੱਥੇ ਐਡਰੈਸ ਸੇਵ ਹੋਣਗੇ। ਠੀਕ ਹੈ, ਹੈਡ ਦੇ ਵਿੱਚ ਸਭ ਤੋਂ ਪਹਿਲੀ ਨੋਡ ਐਡਰੈਸ ਵੀ ਹੋਊਗਾ। ਠੀਕ ਹੈ, ਹੈਡ ਤੋਂ ਹੀ ਪਹਿਚਾਣ ਆਊਗੀ, ਯਾਨੀ ਹੈਡ ਦੇ ਮਿਲ ਜਵੇ ਆਪਾਂ ਨੂੰ ਤਾਂ ਆਪਾਂ ਪੂਰੀ ਨੋਡ ਨੂੰ ਟਰੈਵਲ ਕਰ ਸਕਦੇ ਹਾਂ। ਯਾਨੀ ਕੰਪਿਊਟਰ ਦੇ ਵਿੱਚ ਮੈਮਰੀ ਸਾਰੀ ਵੈਲਿਊਜ਼ ਪੜ੍ਹ ਸਕਦੇ ਹਾਂ, ਯਾਨੀ ਪੂਰੀ ਲਿੰਕ ਲਿਸਟ ਨੂੰ ਪੜ੍ਹ ਸਕਦੇ ਹਾਂ। ਉਹਦੇ ਲਈ ਕੀ ਚਾਹੀਦੀ ਆਪਣੇ ਕੋਲ? ਹੈਡ ਦੀ ਵੈਲਿਊ ਚਾਹੀਦੀ, ਯਾਨੀ ਹੈਡ ਦੇ ਵਿੱਚ ਕਿਹਦਾ ਐਡਰੈਸ ਹੈ, ਪਹਿਲੀ ਨੋਡ ਦਾ ਐਡਰੈਸ ਚਾਹੀਦਾ ਨਾ ਆਪਾਂ ਨੂੰ। ਤਾਂ ਇਹਨੂੰ ਆਪਾਂ ਪ੍ਰੋਪਰਲੀ ਲਿੰਕ ਲਿਸਟ ਨੂੰ ਜਾਂ ਜਿਹੜੀ ਵੀ ਡਾਟਾ ਸਟਰਕਚਰ ਨੇ ਉਹਨੂੰ ਨੈਕਸਟ ਆਪਾਂ ਅੱਗੇ ਵੀਡੀਓ ਜਿਹੜੀਆਂ ਬਣਾਵਾਂਗੇ, ਅੱਗੇ ਲੈਕਚਰ ਲਾਵਾਂਗੇ, ਉਹਦੇ ਵਿੱਚ ਪ੍ਰੋਪਰਲੀ ਆਪਾਂ ਐਕਸਪਲੇਨ ਕਰਾਂਗੇ। ਠੀਕ ਹੈ, ਟਰੀ ਡਾਟਾ ਸਟਰਕਚਰ ਕੀ ਹੁੰਦੀ ਹੈ? ਇਸ ਟਾਈਪ ਦੀ ਹੁੰਦੀ ਹੈ ਕਿ ਉਹਦੇ ਵਿੱਚ ਇੱਕ ਨੋਡ ਹੁੰਦੀ ਹੈ, ਉਸਦੇ 2 ਚਿਲਡਰਨ ਹੁੰਦੇ ਨੇ। ਇਹਦੇ ਵਿੱਚ ਤਾਂ ਮੈਂ 2 ਹੀ ਦਿਖਾਏ ਹੋਏ ਨੇ, ਬਟ ਇਹ ਤੋਂ ਵੱਧ ਵੀ ਹੋ ਸਕਦੇ, 3 4 5 ਚਿਲਡਰਨ ਵੀ ਹੋ ਸਕਦੇ ਨੇ। ਬਟ ਆਮ ਤੌਰ ਤੇ ਆਪਾਂ ਬਾਈਨਰੀ ਟਰੀ ਯੂਜ਼ ਕਰਦੇ ਹਾਂ, ਕਿਉਂਕਿ ਬਾਈਨਰੀ ਟਰੀ ਕਿਹੜਾ ਹੁੰਦਾ? ਜਿਹਦੇ ਵਿੱਚ 2 ਹੀ ਚਾਈਲਡ ਹੁੰਦੇ ਨੇ, 2 ਚਿਲਡਰਨ ਹੁੰਦੇ ਨੇ ਜਿਨ੍ਹਾਂ ਦੇ, ਉਹਨੂੰ ਬਾਈਨਰੀ ਟਰੀ ਕਹਿੰਦੇ ਆ। ਠੀਕ ਹੈ, ਤਾਂ ਆਪਣੇ ਕੋਲੇ ਬਾਈਨਰੀ ਟਰੀ ਹੀ ਮੋਸਟਲੀ ਆਪਾਂ ਯੂਜ਼ ਕਰਦੇ ਹਾਂ, ਤਾਂ ਕਰਕੇ ਮੈਂ ਇੱਥੇ 2 ਹੀ ਇਹਦੇ ਚਿਲਡਰਨ ਦਿਖਾਏ। ਇੱਕ ਨੋਡ ਦੇ 2 ਚਿਲਡਰਨ ਹੋਣਗੇ, ਫਿਰ ਉਹਨਾਂ ਦੇ ਅੱਗੇ 2 ਹੋਣਗੇ, ਅੱਗੇ 2 ਹੋਣਗੇ। ਖਾਲੀ ਵੀ ਹੋ ਸਕਦਾ, ਇਹ ਵੀ ਹੋ ਸਕਦਾ ਵੀ ਇੱਕ ਹੋਵੇ ਦੂਜਾ ਨਾ ਹੋਵੇ, ਜਾਂ ਜਿਵੇਂ ਆਹ ਲਾਸਟ ਵਾਲੀਆਂ ਨੇ ਜਿਹੜੀਆਂ 8 9 10 11 ਵਾਲੀਆਂ, ਤੇ ਇਹਨਾਂ ਨੋਡਸ ਦੇ ਕੀ ਨੇ? ਕੋਈ ਵੀ ਚਾਈਲਡ ਨਹੀਂ ਹੈਗਾ, ਉਹਨੂੰ ਲੀਫ ਨੋਡਸ ਕਿਹਾ ਜਾਂਦਾ ਹੈ। ਤੁਸੀਂ ਸਮਝ ਸਕਦੇ ਹੋ? ਇਹਨੂੰ ਜੇ ਆਪਾਂ ਉਲਟਾ ਕਰ ਦਈਏ ਤਾਂ ਇਹ ਇੱਕ ਟਰੀ ਦੀ ਤਰ੍ਹਾਂ ਦਿਖੂਗਾ ਕਿ ਇੱਕ ਬੀਜ ਤੋਂ 2 ਤਣੇ ਨਿਕਲਦੇ ਨੇ, ਫਿਰ ਉਹ ਤਣਿਆਂ ਤੋਂ ਅੱਗੇ 2 ਤਣੇ ਨਿਕਲਦੇ ਨੇ, ਇਸ ਤਰੀਕੇ ਨਾਲ। ਠੀਕ ਹੈ, ਤੇ ਇਹਨੂੰ ਆਪਾਂ ਟਰੀ ਕਹਿੰਦੇ ਹਾਂ। ਟਰੀ ਅਪਲਾਈ ਕਿਵੇਂ ਕੀਤਾ ਜਾਂਦਾ? ਆਪਾਂ ਇੱਕ ਸਮਾਲ ਐਗਜ਼ਾਮਪਲ ਲੈਂਦੇ ਹਾਂ ਟਰੀ ਦੀ, ਕਿ ਇੱਕ ਦੇ ਨਾਲ 2 ਲੈਫਟ ਤੇ 2 ਜੁੜਿਆ ਹੈ, ਰਾਈਟ ਤੇ 3 ਜੁੜਿਆ ਹੈ, 2 ਦੇ ਲੈਫਟ ਤੇ 4 ਜੁੜਿਆ ਹੈ, ਤੇ 2 ਦੇ ਰਾਈਟ ਤੇ 5 ਜੁੜਿਆ ਹੈ। ਇਹਨੂੰ ਜੇ ਆਪਾਂ ਮੈਮਰੀ ਦੇ ਵਿੱਚ ਦਿਖਾਉਣਾ ਹੋਵੇ ਤਾਂ ਇਸ ਤਰੀਕੇ ਨਾਲ ਸ਼ੋ ਕਰ ਸਕਦੇ ਹਾਂ। ਠੀਕ ਹੈ, 1 2 3 1 2 3 4 5 ਇਹ ਕਿਵੇਂ ਜੁੜੇ ਹੋਏ ਨੇ ਆਪਸ ਦੇ ਵਿੱਚ? ਆ ਦੇਖੋ, ਪਹਿਲਾਂ ਰੂਟ ਨੋਡ ਆਪਣੀ ਮਤਲਬ ਪਹਿਲੀ ਨੋਡ ਹੈ। ਠੀਕ ਹੈ, ਪਹਿਲੀ ਨੋਡ ਦੇ ਵਿੱਚ ਇੱਕ ਵੈਲਿਊ ਪਈ ਹੈ ਡਾਟਾ ਦੇ ਵਿੱਚ, ਤੇ ਉਹਦੇ ਲੈਫਟ ਚਾਈਲਡ ਦਾ ਐਡਰੈਸ ਕੀ ਹੈ? ਉਹ ਪਿਆ। ਅਸਲ ਦੇ ਵਿੱਚ ਇੱਥੇ ਕੀ ਹੈ? ਇੱਥੇ ਕੀ ਹੋਊਗਾ? ਇੱਥੇ ਨਾਲ ਆਪਣੇ ਕੋਲੇ ਲੈਫਟ ਚਾਈਲਡ ਤੇ ਰਾਈਟ ਚਾਈਲਡ ਦਾ ਐਡਰੈਸ ਵੀ ਹੋਊਗਾ। ਡਾਟਾ ਤਾਂ ਹੋਊਗਾ, ਲੈਫਟ ਚਾਈਲਡ ਤੇ ਰਾਈਟ ਚਾਈਲਡ ਦਾ ਐਡਰੈਸ ਵੀ ਹੋਊਗਾ। ਤਾਂ ਹੀ ਉਹ ਉੱਥੋਂ ਆਪਾਂ ਅੱਗੇ ਜਾ ਸਕਦੇ ਨਾ, ਵੀ ਕਿੱਥੇ ਕਿਹੜੀ ਜਗ੍ਹਾ ਤੇ ਪਈ ਹੈ ਵੈਲਿਊ, ਉਸਦਾ ਐਡਰੈਸ ਜੇ ਪਤਾ ਹੋਵੇ ਤਾਂ ਫਿਰ ਉੱਥੇ ਜਾ ਕੇ ਆਪਾਂ ਉਸ ਐਡਰੈਸ ਤੇ ਜਾ ਕੇ ਕੰਪਿਊਟਰ ਉੱਥੋਂ ਵੈਲਿਊ ਪੜ੍ਹ ਸਕਦਾ ਡਾਟਾ ਦੇ ਵਿੱਚੋਂ। ਤਾਂ ਇਸ ਤਰੀਕੇ ਨਾਲ ਆਪਣਾ ਜਿਹੜਾ ਟਰੀ ਹੈ ਉਹਦੀ ਜਿਹੜੀ ਮੈਮਰੀ ਦੇ ਵਿੱਚ ਇਸ ਤਰੀਕੇ ਨਾਲ ਪਿਆ ਹੋਊਗਾ ਕਿ 800 ਮੰਨ ਲਓ ਐਡਰੈਸ ਦੇ ਉੱਪਰ ਆ ਡਾਟਾ ਪਿਆ, ਤੇ ਆ ਪੂਰੀ ਨੋਡ ਪਈ ਹੈ, ਕਹ ਲਓ। ਠੀਕ ਹੈ, ਆ ਪੂਰੀ ਨੋਡ ਦਾ ਐਡਰੈਸ ਕਿੰਨਾ? 800 ਹੈ। ਇਹਨੂੰ ਵੀ ਨੋਡ ਕਵਾਂਗੇ, ਬਟ ਇਹਦੇ ਵਿੱਚ 3 ਵੈਲਿਊਜ਼ ਨੇ। ਪਹਿਲਾਂ ਦੇਖਿਆ ਸੀ ਲਿੰਕ ਲਿਸਟ ਦੇ ਵਿੱਚ ਜਿਹੜੀ ਨੋਡ ਸੀ ਉਹਦੇ 'ਚ 2 ਵੈਲਿਊ ਸੀਗੀਆਂ, ਇਹਦੇ 'ਚ 3 ਵੈਲਿਊਜ਼ ਨੇ ਆਪਣੇ ਕੋਲੇ। ਤਾਂ ਇਹਦੇ ਲੈਫਟ ਚਾਈਲਡ ਦਾ ਐਡਰੈਸ ਆਪਾਂ ਨੇ ਇੱਥੇ ਪਾ ਦੇਣਾ ਹੈ, ਤੇ ਰਾਈਟ ਚਾਈਲਡ ਦਾ ਐਡਰੈਸ ਇੱਥੇ ਪਾ ਦੇਣਾ। ਇੱਥੇ ਕਿੰਨਾ 700, ਇੱਥੇ ਕਿੰਨਾ 500। ਜੇ ਲੈਫਟ ਤੇ ਜਾਣਾ ਤਾਂ ਆਪਾਂ ਕਿਵੇਂ ਜਾਵਾਂਗੇ? ਆਪਾਂ ਲੈਫਟ ਦੇ ਵਿੱਚ ਦੇਖਾਂ ਕਿੰਨੀ ਵੈਲਿਊ ਹੈ, ਕਿੰਨਾ ਐਡਰੈਸ ਹੈ। ਠੀਕ ਹੈ, ਰੈਡ ਨਾਲ ਮੈਂ ਉਹਨੂੰ ਡਿਫਾਈਨ ਕੀਤਾ ਹੈ, ਕਲਰ ਕੀਤਾ ਹੈ। ਤਾਂ 500, ਤਾਂ ਇਹ 500 ਤੇ ਚਲੇ ਜਾਓਗੇ। 500 ਤੇ ਆਪਾਂ ਨੂੰ ਡਾਟਾ ਦੇ ਵਿੱਚ ਕਿੰਨਾ ਮਿਲੂਗਾ? 2। ਡਾਟਾ ਦੇ ਵਿੱਚ ਕਿੰਨਾ ਮਿਲੂਗਾ? 2। ਤਾਂ ਤੇ ਉਹਦੇ ਲੈਫਟ ਦੇ ਵਿੱਚ ਕਿੰਨੀ ਵੈਲਿਊ ਵੀ ਹੈ? 200। ਠੀਕ ਹੈ, 200 ਤੇ ਫਿਰ ਜਾਵਾਂਗੇ ਤੇ ਕਿੰਨਾ ਮਿਲੂਗਾ ਆਪਣੇ ਕੋਲ? 4। ਠੀਕ ਹੈ, ਇੱਥੇ ਤੱਕ ਜਾ ਸਕਦੇ ਹਾਂ। ਫਿਰ ਇਹਦੇ ਵਿੱਚ ਦੇਖਾਂਗੇ ਦੁਬਾਰਾ ਰਾਈਟ ਤੇ ਕਿੰਨੀ ਵੈਲਿਊ ਵੀ ਹੈ, ਇੱਥੇ ਕਿੰਨਾ ਐਡਰੈਸ ਹੋਣਾ ਚਾਹੀਦਾ ਆ ਜਗ੍ਹਾ ਤੇ? ਤੁਸੀਂ ਦੱਸ ਸਕਦੇ ਹੋ 400। ਠੀਕ ਹੈ, 400 ਐਡਰੈਸ ਹੋਣਾ ਚਾਹੀਦਾ। ਤਾਂ ਆਪਾਂ ਦੇਖਾਂਗੇ 400 ਐਡਰੈਸ ਤੇ ਜਾਵਾਂਗੇ ਤੇ 5 ਮਿਲੂਗਾ ਆਪਾਂ ਨੂੰ, ਤੇ ਉਹਦੇ ਲੈਫਟ ਚਾਈਲਡ ਤੇ ਰਾਈਟ ਚਾਈਲਡ ਦੇ ਵਿੱਚ ਨਾਲ ਪਿਆ, ਇਹ ਤੋਂ ਅੱਗੇ ਨਹੀਂ ਜਾ ਸਕਦੇ। ਠੀਕ ਹੈ, ਇਸ ਤਰੀਕੇ ਦੇ ਨਾਲ ਆਪਾਂ ਪੂਰੇ ਟਰੀ ਨੂੰ ਟ੍ਰੈਵਰਸ ਕਰ ਸਕਦੇ ਹਾਂ। ਠੀਕ ਹੈ, ਯਾਨੀ ਪੂਰੇ ਟਰੀ ਨੂੰ ਐਕਸੈਸ ਕਰ ਸਕਦੇ ਹਾਂ।
ਅੱਛਾ, ਇਹਦੇ ਵਿੱਚ ਟਰੀ ਦੇ ਵਿੱਚ ਇੱਕ ਹੋਰ ਚੀਜ਼ ਬਹੁਤ ਇੰਪੋਰਟੈਂਟ ਹੈ, ਰੂਟ। ਰੂਟ ਇੱਕ ਐਡਰੈਸ ਹੁੰਦਾ ਹੈ, ਪੁਆਇੰਟਰ ਹੀ ਹੁੰਦਾ ਵੈਸੇ ਇਹ ਅਸਲ ਦੇ ਵਿੱਚ, ਠੀਕ ਹੈ। ਰੂਟ ਇੱਕ ਐਡਰੈਸ ਹੁੰਦਾ ਜਿਹਦੇ ਵਿੱਚ ਕਿ ਕਿਹਦੀ ਵੈਲਿਊ ਸੇਵ ਹੁੰਦੀ ਹੈ, ਫਸਟ ਨੋਡ ਦੀ। ਰੂਟ ਨੋਡ ਕਹਿੰਦੇ ਆਪਾਂ। ਰੂਟ ਨੋਡ ਦਾ ਐਡਰੈਸ ਸੇਵ ਹੁੰਦਾ, ਯਾਨੀ ਉਹ ਕਿੰਨਾ 800 ਤਾਂ ਇੱਥੇ ਕਿੰਨਾ ਹੋਊਗਾ 800। ਇਸ ਤਰੀਕੇ ਦੇ ਨਾਲ ਆਪਣੇ ਕੋਲੇ ਵੈਲਿਊਜ਼ ਨੇ ਜਿਹੜੀਆਂ ਟਰੀ ਦੀਆਂ, ਟਰੀ ਨੂੰ ਮਤਲਬ ਇਸ ਤਰੀਕੇ ਦੇ ਨਾਲ ਮੈਮਰੀ ਦੇ ਵਿੱਚ ਬਣਾ ਸਕਦੇ ਆ, ਠੀਕ ਹੈ। ਇੱਥੋਂ ਤਾਂ ਦੇਖਣ ਨੂੰ ਆਪਾਂ ਫਿਗਰ ਤੋਂ ਪ੍ਰੋਪਰਲੀ ਸਮਝ ਨਹੀਂ ਆਉਂਦਾ, ਇੱਕ ਸਿੰਪਲ ਫਿਗਰ ਹੈ, ਬਟ ਅਸਲ ਦੇ ਵਿੱਚ ਮੈਮਰੀ 'ਚ ਕਿਵੇਂ ਪਈਆਂ ਹੋਣਗੀਆਂ ਚੀਜ਼ਾਂ, ਇਸ ਤਰੀਕੇ ਦੇ ਨਾਲ, ਠੀਕ ਹੈ। ਟਰੀ ਤੋਂ ਬਾਅਦ ਹੁੰਦਾ ਆਪਣਾ ਗ੍ਰਾਫ। ਗ੍ਰਾਫ ਇੱਕ ਇਹੋ ਜਿਹੀ ਡਾਟਾ ਸਟਰਕਚਰ ਹੈ ਜਿਹਦੇ ਵਿੱਚ ਕਿਸੇ ਵੀ ਨੋਡ ਤੋਂ ਅਲੱਗ-ਅਲੱਗ ਨੋਡ ਤੇ ਜਾਇਆ ਜਾ ਸਕਦਾ ਹੈ, ਠੀਕ ਹੈ। ਔਰ ਉਹਦੇ ਵਿੱਚ ਸਾਈਕਲ ਵੀ ਬਣਦੇ ਨੇ। ਸਾਈਕਲ ਕਿਵੇਂ ਬਣਦੇ ਨੇ, ਜਿਵੇਂ ਟਰੀ ਹੈ, ਟਰੀ ਦੇ ਵਿੱਚ ਇੱਕ ਤੋਂ ਦੋ ਹੀ ਨਿਕਲਣਗੇ, ਇਹ ਵਾਪਸ ਨਹੀਂ ਜੁੜਦਾ ਹੁੰਦਾ। ਟਰੀ ਹੈ ਜਿਹੜਾ ਵਾਪਸ, ਯਾਨੀ ਇੱਥੇ ਆਪਾਂ ਜਿੱਥੇ ਨਲ ਲਿਖਿਆ ਹੋਇਆ ਰਾਈਟ ਸਾਈਡ ਤੇ 4 ਦੇ, ਉੱਥੇ ਆਪਾਂ 500 ਨਹੀਂ ਭਰ ਸਕਦੇ, ਯਾਨੀ ਵਾਪਸ ਇਹ 2 ਨੰਬਰ ਨੋਡ ਨਾਲ ਨਹੀਂ ਮਿਲੂਗਾ ਜਾ ਕੇ। ਬਟ ਗ੍ਰਾਫ ਦੇ ਵਿੱਚ ਇਹ ਚੀਜ਼ ਕਰ ਸਕਦੇ, ਠੀਕ ਹੈ। ਗ੍ਰਾਫ ਦੇ ਵਿੱਚ ਇਹਨਾਂ ਨੂੰ ਕੀ ਕਹਾਂਗੇ ਆਪਾਂ, ਨੋਡਸ ਕਹਾਂਗੇ। ਗ੍ਰੀਨ ਕਲਰ ਦੇ ਨੇ ਜਿਹੜੇ ਡਾਟਸ ਨੇ, ਠੀਕ ਹੈ। 1 0 1 2 3 4 ਲਿਖਿਆ ਜਿਹਨਾਂ ਵਿੱਚ, ਤੇ ਆਹ ਕੀ ਨੇ, ਬਲੈਕ ਲਾਈਨਸ ਕੀ ਨੇ, ਐਜਸ ਨੇ, ਠੀਕ ਹੈ। ਆਹ ਵਰਟਿਸਿਸ ਨੇ, ਵਰਟੈਕਸ ਜਾਂ ਵਰਟਿਸਿਸ ਜਾਂ ਨੋਡਸ, ਤੇ ਆਹ ਕੀ ਨੇ, ਆਪਣੀ ਲਾਈਨਾਂ ਜਿਹੜੀਆਂ ਨੂੰ ਕਨੈਕਟਿੰਗ ਲਾਈਨਸ ਨੇ, ਇਹਨਾਂ ਨੂੰ ਕੀ ਕਹਿੰਦੇ ਆਪਾਂ, ਐਜਸ, ਠੀਕ ਹੈ। ਤੇ ਇਸ ਬਾਰੇ ਕੋਈ ਵੀ ਕਨਫਿਊਜ਼ਨ ਹੋਵੇ ਆਪਾਂ ਮੇਰੇ ਨਾਲ ਗੱਲ ਕਰ ਸਕਦੇ ਹੋ ਤੁਸੀਂ। ਤੇ ਬਾਕੀ ਨੈਕਸਟ ਆਪਾਂ ਵੀਡੀਓਜ਼ ਦੇ ਵਿੱਚ ਇਹਨਾਂ ਦਾ ਇਹੀ ਡਾਟਾ ਸਟਰਕਚਰ ਨੇ ਜਿਨ੍ਹਾਂ ਬਾਰੇ ਆਪਾਂ ਨੇ ਬਸ ਪੜ੍ਹਨਾ ਹੈ, ਠੀਕ ਹੈ। ਇਹਨਾਂ ਦੇ ਕੁਝ ਐਲਗੋਰਿਥਮ ਹੋਇਆ ਕਰਨਗੇ ਕਿ ਇਨਸਰਟ ਕਿਵੇਂ ਕਰਨਾ, ਇਹਦੇ ਵਿੱਚ ਡਿਲੀਟ ਕਿਵੇਂ ਕਰਨੀ ਵੈਲਿਊਜ਼, ਉਹਨਾਂ ਦੇ ਐਲਗੋਰਿਥਮ ਪੜ੍ਹਨੇ ਨੇ। ਤੇ ਡਾਟਾ ਸਟਰਕਚਰ ਕਿਵੇਂ ਬਣਦੀ ਹੈ, ਕੀ ਚੀਜ਼ਾਂ ਹੁੰਦੀਆਂ ਨੇ ਇਹਦੇ ਵਿੱਚ, ਉਹ ਪੜ੍ਹਨਾ ਆਪਾਂ ਨੇ, ਠੀਕ ਹੈ। ਤੇ ਬਾਕੀ ਆਪਾਂ ਇਹਨੂੰ ਸੀ ਲੈਂਗੁਏਜ ਦੇ ਵਿੱਚ ਆਪਾਂ ਇਹਨੂੰ ਆਪਾਂ ਪ੍ਰੈਕਟੀਕਲੀ ਅਪਲਾਈ ਕਰਕੇ ਦੇਖ ਸਕਦੇ ਹਾਂ। ਸੀ ਜਾਂ ਸੀ ਪਲੱਸ ਪਲੱਸ ਦੇ ਵਿੱਚ ਕਿਸੇ ਵੀ ਲੈਂਗੁਏਜ 'ਚ ਅਪਲਾਈ ਕੀਤਾ ਜਾ ਸਕਦਾ, ਠੀਕ ਹੈ। ਠੀਕ ਹੈ ਰਾਜੇ, ਥੈਂਕ ਯੂ। ਇੰਨਾ ਹੀ ਅੱਜ ਦਾ। ਨੈਕਸਟ ਵੀਡੀਓ ਦੇ ਵਿੱਚ ਆਪਾਂ ਨੈਕਸਟ ਲੈਕਚਰ ਦੀ ਗੱਲ ਕਰਾਂਗੇ, ਜੋ ਵੀ ਟੌਪਿਕ ਹੋਣਗੇ। ਥੈਂਕ ਯੂ।